हाँ जी, सत श्री अकाल जी। एक बार फिर तो बहुत बहुत स्वागत है ਤੁਹਾਡਾ ਸਾਰਿਆਂ ਦਾ ਏਐਸ ਸਮਾਜਿਕ ਸਿੱਖਿਆ ਕਲਾਸ ਦੇ ਵਿੱਚ। ਤਾਂ ਅੱਜ ਅਸੀਂ 9th ਕਲਾਸ ਦਾ ਲੈਸਨ ਨੰਬਰ 2 ਹੈ ਸਾਡੇ ਕੋਲੇ, ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਸਮਕਾਲੀ ਸਮਾਜ। ਗੁਰੂ ਨਾਨਕ ਦੇਵ ਜੀ ਇਹ ਹਿਸਟਰੀ ਦਾ ਚੈਪਟਰ ਹੈ ਜੀ, 9th ਕਲਾਸ ਦਾ ਚੈਪਟਰ ਨੰਬਰ 2। ਗੁਰੂ ਨਾਨਕ ਦੇਵ ਜੀ, ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਸ਼ੇ ਦੇ ਵਿੱਚ ਅਸੀਂ ਪਹਿਲਾਂ ਵੀ ਬਹੁਤ ਕੁਝ ਪੜ੍ਹ ਚੁੱਕੇ ਹਾਂ। ਸਿੱਖ ਧਰਮ ਦੇ ਪਹਿਲੇ ਗੁਰੂ ਜਾਂ ਸਿੱਖ ਧਰਮ ਦੇ ਬਾਨੀ ਸ਼੍ਰੀ ਗੁਰੂ ਨਾਨਕ ਦੇਵ ਜੀ, ਠੀਕ ਹੈ ਜੀ। ਤੋ ਉਹਨਾਂ ਦੇ ਸਮੇਂ ਦਾ ਸਮਕਾਲੀ ਸਮਾਜ, ਜਿਸ ਟਾਈਮ ਉਹਨਾਂ ਦਾ ਜਨਮ ਹੋਇਆ, ਜਦੋਂ ਇਸ ਧਰਤੀ ਦੇ ਉੱਪਰ ਆਏ, ਤਾਂ ਉਸ ਸਮੇਂ ਦਾ ਸਮਾਜ ਕਿਸ ਤਰ੍ਹਾਂ ਦਾ ਸੀ, ਕੀ ਚੱਲ ਰਿਹਾ ਸੀ ਸਮਾਜ ਦੇ ਵਿੱਚ, ਕੀ ਹੋ ਰਿਹਾ ਸੀ ਸਮਾਜ ਦੇ ਵਿੱਚ, ਇਹ ਇਸ ਚੈਪਟਰ ਦੇ ਮਾਧਿਅਮ ਰਾਹੀਂ ਔਰ ਉਹਨਾਂ ਦੇ ਜੀਵਨ ਬਾਰੇ ਸਾਰੀ ਜਾਣਕਾਰੀ ਸਾਡੇ ਇਸ ਚੈਪਟਰ ਦੇ ਵਿੱਚ ਆਏਗੀ। ਅਸੀਂ ਜਿਹੜਾ ਸੋਲਵ ਕੁਐਸਚਨ ਆ ਉਹ ਕਰਾਂਗੇ, ਬੈਕ ਐਕਸਰਸਾਈਜ਼ ਕਰ ਰਹੇ ਹਾਂ, ਔਰ ਨਾਲ ਨਾਲ ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਐਕਸਪਲੇਨ ਕਰਨ ਦੀ ਕਿ ਇਹਦੇ ਵਿੱਚ ਇਹਦਾ ਜਿਹੜਾ ਪੂਰਾ ਮਤਲਬ ਕੀ ਸੀ, ਜੋ ਕੁਐਸਚਨ ਹੈ ਉਹਨਾਂ ਨੂੰ ਨਾਲ ਨਾਲ ਐਕਸਪਲੇਨ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਪੂਰੀ। ਤੋ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਉਹਨਾਂ ਦੇ ਸਮੇਂ ਦਾ ਸਮਕਾਲੀ ਸਮਾਜ, ਸਭ ਤੋਂ ਪਹਿਲਾਂ ਚੈਪਟਰ ਦੇ ਵਿਸ਼ੇ ਦੇ ਵਿੱਚ ਅਸੀਂ ਗੱਲ ਕੀਤੀ ਹੈ। ਤੋ ਫਸਟ ਆਫ ਆਲ ਜਿਹੜਾ ਫਸਟ ਕੁਐਸਚਨ ਆ, ਦੇ ਕਲਾਸ ਇੰਗਲਿਸ਼ ਮੀਡੀਅਮ ਔਰ ਕੋਸ਼ਿਸ਼ ਕਰਾਂਗੇ ਪੰਜਾਬੀ ਮੀਡੀਅਮ ਦੇ ਵਿੱਚ ਵੀ ਨੋਟਸ ਤੁਹਾਨੂੰ ਇਸ ਦੇ ਕਮੈਂਟ ਬਾਕਸ ਜਾਂ ਵੀਡੀਓ ਦੇ ਲਾਸਟ ਦੇ ਵਿੱਚ ਪ੍ਰੋਵਾਈਡ ਕਰਾਵਾਂਗੇ, ਤਾਂ ਸਾਰੇ ਬੱਚਿਆਂ ਨੇ ਉਹ ਵੀ ਬੜੇ ਧਿਆਨ ਦੇ ਨਾਲ, ਪੰਜਾਬੀ ਮੀਡੀਅਮ ਵਾਲੇ ਜੋ ਬੱਚੇ ਆ, ਵੈਸੇ ਟਰਾਂਸਲੇਟ ਪੰਜਾਬੀ ਦੇ ਵਿੱਚ ਹੋ ਹੀ ਜਾਏਗਾ ਤਾਂ ਉਹ ਲਿਖ ਵੀ ਸਕਦੇ ਆ, ਬਟ ਫਿਰ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਪੰਜਾਬੀ ਮੀਡੀਅਮ ਦੇ ਜਿਹੜੀ ਹੈਗੀ ਆ ਨਾਲ ਨਾਲ ਤੁਹਾਨੂੰ ਇਸ ਦਾ ਵੀਡੀਓ ਦੇ ਲਾਸਟ ਦੇ ਵਿੱਚ ਉਹ ਨੋਟਸ ਵੀ ਸੈਂਡ ਕੀਤੇ ਜਾਣ ਔਰ ਤੁਸੀਂ ਉਸ ਨੂੰ ਆਪਣੀ ਕਾਪੀ ਉੱਪਰ ਉਤਾਰ ਲੈਣਾ, ਠੀਕ ਹੈ ਜੀ। ਮਲਟੀਪਲ ਚੋਇਸ ਕੁਐਸਚਨ ਆ ਇਸ ਲੈਸਨ ਦੇ। ਸਭ ਤੋਂ ਪਹਿਲਾਂ ਕਹਿੰਦੇ ਕਲਾਸ ਟੂ ਵਿੱਚ ਦ ਰਾਈਟਰਸ ਬਿਲੋਂਗਡ ਇਨ ਦ ਮੁਸਲਿਮ ਸੁਸਾਇਟੀ, ਠੀਕ ਹੈ ਜੀ। ਤੋ ਮੁਸਲਿਮ ਸੁਸਾਇਟੀ ਦੀ ਗੱਲ ਆਈ ਹੈ ਤਾਂ ਸਭ ਤੋਂ ਪਹਿਲਾਂ ਦੱਸ ਦਈਏ ਕਿ ਇਸ ਜੋ ਮੁਸਲਿਮ ਸੁਸਾਇਟੀ ਸੀਗੇ ਤਾਂ ਡਿਵਾਈਡਡ ਇਨਟੂ ਕਿੰਨੇ ਪਾਰਟਸ ਦੇ ਵਿੱਚ ਜਿਹੜੀ ਮੁਸਲਿਮ ਸੁਸਾਇਟੀ ਨੂੰ ਹੈਗਾ ਡਿਵਾਈਡ ਕੀਤਾ ਗਿਆ ਸੀਗਾ, ਤਾਂ ਅਸੀਂ ਦੇਖ ਹੀ ਸਕਦੇ ਹਾਂ। ਅਪਰ ਕਲਾਸ ਹੈ, ਮਿਡਲ ਕਲਾਸ ਹੈ, ਲੋਅਰ ਕਲਾਸ ਹੈ ਔਰ ਨਨ ਆਫ ਦਿਸ, ਯਾਨੀ ਕਿ 3 ਪਾਰਟਸ ਦੇ ਵਿੱਚ ਜਿਹੜੀ ਸੁਸਾਇਟੀ ਸੀਗੀ ਜਿਹੜੀ ਮੁਸਲਿਮ ਸੁਸਾਇਟੀ ਸੀ ਉਸ ਨੂੰ ਡਿਵਾਈਡ ਕੀਤਾ ਗਿਆ ਸੀਗਾ। ਅਸੀਂ ਅਗਰ ਗੱਲ ਕਰਦੇ ਹਾਂ ਪੰਜਾਬੀ ਮੀਡੀਅਮ ਦੇ ਵਿੱਚ ਤਾਂ ਉੱਚ ਸ਼੍ਰੇਣੀ ਹੋ ਗਈ, ਮੱਧ ਸ਼੍ਰੇਣੀ ਹੋ ਗਈ ਅਤੇ ਨੀਵੀਂ ਸ਼੍ਰੇਣੀ ਵਿੱਚ ਇਹਨਾਂ ਨੂੰ ਵੰਡਿਆ ਹੋਇਆ ਸੀਗਾ। ਜੇ ਅਸੀਂ ਗੱਲ ਕਰੀਏ ਕਿ ਉੱਚ ਸ਼੍ਰੇਣੀ ਦੇ ਵਿੱਚ ਜਿਹੜੇ ਵੱਡੇ ਵੱਡੇ ਸਰਦਾਰ, ਠੀਕ ਹੈ, ਇਹ ਵੱਡੇ ਵੱਡੇ ਸਰਦਾਰ ਹੋ ਗਏ, ਇਕਾਦਾਰਤ ਹੋ ਗਏ, ਉਲਮਾ ਅਤੇ ਸਾਇਦ ਜੋ ਇਸ ਸ਼੍ਰੇਣੀ ਦੇ ਮੁੱਖ ਨੇਤਾ ਵੀ ਕਹੇ ਜਾਂਦੇ ਆ। ਮੱਧ ਸ਼੍ਰੇਣੀ ਦੇ ਵਿੱਚ ਵਪਾਰੀ, ਕਿਸਾਨ, ਸੈਨਿਕ ਅਤੇ ਛੋਟੇ ਸਰਕਾਰੀ ਕਰਮਚਾਰੀ ਸ਼ਾਮਲ ਸਨ ਅਤੇ ਨੀਵੀਂ ਸ਼੍ਰੇਣੀ ਦੇ ਵਿੱਚ ਸ਼ਿਲਪਕਾਰ, ਨਿੱਜੀ ਸੇਵਕ ਅਤੇ ਦਾਸ ਦਾਸੀਆਂ ਸ਼ਾਮਲ ਸਨ। ਇਸ ਪ੍ਰਕਾਰ ਜਿਹੜੀ ਇਹ ਮੁਸਲਿਮ ਸਮਾਜ ਸੀਗਾ ਇਹਨੂੰ 3 ਪਾਰਟ ਦੇ ਵਿੱਚ ਵੰਡਿਆ ਹੋਇਆ ਸੀਗਾ। ਕਿੰਨੇ ਪਾਰਟਸ ਦੇ ਵਿੱਚ ਵੰਡਿਆ ਹੋਇਆ ਸੀ ਮੁਸਲਿਮ ਸਮਾਜ ਨੂੰ? 3 ਪਾਰਟਸ ਦੇ ਵਿੱਚ ਡਿਵਾਈਡ ਕੀਤਾ ਹੋਇਆ ਸੀਗਾ ਔਰ ਇਹ 3 ਪਾਰਟਸ ਦੇ ਵਿੱਚ ਮੈਂ ਦੁਬਾਰਾ ਰਿਪੀਟ ਕਰ ਰਹੇ ਹਾਂ ਅਸੀਂ, ਠੀਕ ਹੈ। 3 ਪਾਰਟਸ ਤੁਹਾਡੇ ਸਾਹਮਣੇ, ਅਪਰ ਕਲਾਸ ਹੋ ਗਈ, ਮਿਡਲ ਕਲਾਸ ਹੋ ਗਈ ਅਤੇ ਲੋਅਰ ਕਲਾਸ ਹੋ ਗਈ। ਅਪਰ ਕਲਾਸ ਦੇ ਵਿੱਚ ਉੱਚ ਜਿਹੜੇ ਸੀਗੇ ਸਰਦਾਰ ਹੁੰਦੇ ਸੀਗੇ, ਯਾਨੀ ਕਿ ਜ਼ਿਆਦਾ ਅਮੀਰ ਲੋਕ, ਉਲਮਾ, ਸਾਇਦ, ਠੀਕ ਹੈ। ਮੱਧ ਸ਼੍ਰੇਣੀ ਦੇ ਵਿੱਚ ਵਪਾਰੀ ਲੋਕ ਆ ਜਾਂਦੇ ਸੀ, ਕਿਸਾਨ ਆ ਜਾਂਦੇ ਸੀ, ਸੈਨਿਕ ਆ ਜਾਂਦੇ ਸੀ ਅਤੇ ਛੋਟੇ ਸਰਕਾਰੀ ਕਰਮਚਾਰੀ ਸ਼ਾਮਲ ਹੁੰਦੇ ਸੀ। ਨੀਵੀਂ ਸ਼੍ਰੇਣੀ ਦੇ ਵਿੱਚ ਸ਼ਿਲਪਕਾਰ, ਨਿੱਜੀ ਸੇਵਕ ਅਤੇ ਦਾਸ ਦਾਸੀਆਂ ਸ਼ਾਮਲ ਸਨ। ਤੋ ਕੁਐਸਚਨ ਸੀਗਾ ਕਿ ਰਾਈਟਰਸ ਯਾਨੀ ਕਿ ਜਿਹੜੇ ਲੇਖਕ ਸੀਗੇ ਉਹ ਕਿਸ ਸੁਸਾਇਟੀ ਦੇ ਵਿੱਚ ਆਉਂਦੇ ਸੀ, ਕਿਸ ਸ਼੍ਰੇਣੀ ਦੇ ਵਿੱਚ ਆਉਂਦੇ ਸੀ, ਤਾਂ ਆਨਸਰ ਤੁਹਾਡੇ ਕੋਲ ਆਲਰੇਡੀ ਪਹਿਲਾਂ ਹੀ ਦਿੱਤਾ ਹੋਇਆ, ਠੀਕ ਹੈ ਜੀ। ਜਿਹੜੇ ਇਹ ਮਿਡਲ ਕਲਾਸ ਦੇ ਵਿੱਚ ਆਉਂਦੇ ਸੀਗੇ, ਠੀਕ ਹੈ, ਮੱਧ ਸ਼੍ਰੇਣੀ ਦੇ ਵਿੱਚ। ਕਿਹੜੀ ਕਲਾਸ? ਮਿਡਲ ਦੇ ਵਿੱਚ, ਠੀਕ ਹੈ ਜੀ। ਮੱਧ ਸ਼੍ਰੇਣੀ ਦੇ ਵਿੱਚ ਜਿਹੜੇ ਇਹ ਲੋਕ ਆਉਂਦੇ ਸੀਗੇ, ਮੱਧ ਸ਼੍ਰੇਣੀ ਦੇ ਵਿੱਚ, ਮਿਡਲ ਕਲਾਸ ਦੇ ਵਿੱਚ ਲੇਖਕ ਜੋ ਹੁੰਦੇ ਸੀਗੇ। ਨੈਕਸਟ ਕੁਐਸਚਨ ਸੀਗਾ ਦਾ ਵਰਸ਼ਿਪਰਸ ਆਫ ਗੋਡੈਸ ਦੁਰਗਾ ਵਰ ਕਲਡ। ਤੋ ਇੱਥੇ ਧਰਮ ਦੀ ਗੱਲ ਆਈ ਹੈ, ਰਿਲੀਜੀਅਨਸ ਦੀ ਗੱਲ ਆਈ ਹੈ ਕਿ ਉਸ ਸਮੇਂ ਜਿਹੜਾ ਧਾਰਮਿਕ ਜਿਹੜੇ ਮਾਹੌਲ ਕਿਸ ਤਰ੍ਹਾਂ ਦਾ ਸੀਗਾ। ਤੋ ਇਹ 16ਵੀਂ ਸਦੀ ਦੀ ਗੱਲ ਹੋ ਰਹੀ ਹੈ, ਤਾਂ ਉਸ ਸਮੇਂ ਜਿਹੜੇ 2 ਧਰਮ ਪ੍ਰਸਿੱਧ ਸੀਗੇ, ਹਿੰਦੂ ਐਂਡ ਮੁਸਲਿਮ। ਤਾਂ ਸ਼ੁਰੂ ਵਿੱਚ ਇਹ ਜਿਹੜਾ ਹਿੰਦੂ ਸਮਾਜ ਸੀ ਉਹ, ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਦੁਰਗਾ ਦੇਵੀ ਦੀ ਗੱਲ ਹੋ ਰਹੀ ਹੈ, ਤਾਂ ਉਹ ਹਿੰਦੂ ਸਮਾਜ ਨਾਲ ਸੰਬੰਧਿਤ ਹੈ। ਤਾਂ 4 ਜਾਤੀਆਂ ਵਿੱਚ ਵੰਡਿਆ ਹੋਇਆ ਸੀ, ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ, ਠੀਕ ਹੈ। ਇਹ 4 ਜਾਤਾਂ ਦੇ ਵਿੱਚ ਜਿਹੜਾ ਉਸ ਟਾਈਮ ਦਾ ਹਿੰਦੂ ਸਮਾਜ ਹੈ ਜਿਹੜਾ ਉਹ ਵੰਡਿਆ ਹੋਇਆ ਸੀਗਾ। ਅਲੱਗ-ਅਲੱਗ ਦੇਵੀ ਦੇਵਤਿਆਂ ਦੀ ਪੂਜਾ ਕੀਤੀ ਜਾਂਦੀ ਸੀਗੀ ਔਰ ਜੋ ਦੁਰਗਾ ਦੇਵੀ ਦੀ ਪੂਜਾ ਕਰਦੇ ਸੀ ਉਹਨਾਂ ਨੂੰ
ਸ਼ਾਕਤ ਕਿਹਾ ਜਾਂਦਾ ਸੀ। ਕੀ ਕਿਹਾ ਜਾਂਦਾ ਸੀਗਾ? ਸ਼ਾਕਤ। ਆਨਸਰ ਤੁਹਾਡੇ ਕੋਲ ਆਲਰੇਡੀ ਪੰਜਾਬੀ ਦੇ ਵਿੱਚ ਅਸੀਂ ਲਿਖਾਂਗੇ ਸ਼ਾਕਤ, ਸਕਤ। ਠੀਕ ਹੈ, ਤਾਂ ਉਹਨਾਂ ਨੂੰ ਸ਼ਾਕਤ ਕਿਹਾ ਜਾਂਦਾ ਸੀ ਜੋ ਦੁਰਗਾ ਦੇਵੀ ਦੀ ਪੂਜਾ ਕਰਦੇ ਸਨ। ਇਸੇ ਤਰ੍ਹਾਂ ਹੀ ਬਾਕੀ ਜਿਹੜੇ ਤੁਹਾਡੇ ਕੋਲ ਇੱਥੇ 3 ਹੋਰ ਤੁਹਾਨੂੰ ਦਿੱਤੇ ਹੋਏ ਆ, ਠੀਕ ਹੈ, ਵੈਸ਼ਨਵ ਹੈ, ਸ਼ੈਵ ਹੈ। ਤਾਂ ਵੈਸ਼ਨਵ ਸ਼ੈਵ ਅਲੱਗ-ਅਲੱਗ ਜਿਹੜੇ ਆਪਣੇ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਸੀਗੇ, ਬਟ ਇਹ ਵੀ ਕੀ ਸੀਗਾ, ਇਹ ਵੀ ਹਿੰਦੂ ਧਰਮ ਦੇ ਵਿੱਚ ਹੀ, ਹਿੰਦੂ ਧਰਮ ਦੇ ਨਾਲ ਹੀ ਸੰਬੰਧਿਤ ਸੀਗੇ। ਅਲੱਗ-ਅਲੱਗ ਦੇਵੀ ਦੇਵਤਿਆਂ ਦੀ ਇਹ ਪੂਜਾ ਕਰਦੇ ਸਨ। ਠੀਕ ਹੈ, ਜਿਵੇਂ ਵੈਸ਼ਨਵ ਮੱਤ ਵਾਲੇ ਸੀਗੇ ਜਿਹੜੇ, ਉਹ ਵਿਸ਼ਨੂੰ ਦੇ ਅਵਤਾਰਾਂ ਦੀ, ਹੁਣ ਵਿਸ਼ਨੂੰ ਦੇ ਅਵਤਾਰ ਕਿਹੜੇ ਕਿਹੜੇ ਸੀਗੇ? ਜਿਹੜੇ ਵੈਸ਼ਨਵ ਮੱਤ ਦੀ ਗੱਲ ਕਰੀਏ ਤਾਂ ਵਿਸ਼ਨੂੰ ਦੇ ਅਵਤਾਰਾਂ ਦੀ ਪੂਜਾ ਕਰਦੇ ਸਨ। ਹੁਣ ਵਿਸ਼ਨੂੰ ਦੇ ਅਵਤਾਰ ਦੇ ਵਿੱਚ ਤੁਸੀਂ ਜਾਣਦੇ ਹੋ ਕਿ ਰਾਮ, ਭਗਵਾਨ ਰਾਮ, ਠੀਕ ਹੈ ਜੀ, ਕ੍ਰਿਸ਼ਨ ਭਗਵਾਨ, ਠੀਕ ਹੈ, ਸ਼੍ਰੀ ਕ੍ਰਿਸ਼ਨ, ਰਾਮ ਆਦਿ ਜਿਹੜੇ ਅਵਤਾਰ ਹੁੰਦੇ। ਅਤੇ ਸ਼ੈਵ ਮੱਤ ਦੇ ਲੋਕ ਸੀਗੇ ਜਿਹੜੇ, ਉਹ ਸ਼ਿਵ, ਠੀਕ ਹੈ, ਕਿਸ ਦੀ ਪੂਜਾ ਕਰਦੇ ਸਨ? ਸ਼ੈਵ ਮੱਤ ਦੇ ਲੋਕ ਸ਼ਿਵ ਸ਼ੰਕਰ ਯਾਨੀ ਕਿ ਸ਼ਿਵ ਦੀ ਪੂਜਾ ਕਰਦੇ ਸਨ। ਠੀਕ ਹੈ ਜੀ, ਇਹ ਅਸੀਂ ਧਿਆਨ ਵਿੱਚ ਰੱਖਾਂਗੇ। ਓਕੇ, ਜਿਹੜੇ ਸ਼ਾਕਤ, ਦੁਰਗਾ ਦੇਵੀ ਦੀ ਪੂਜਾ ਕਰਨ ਵਾਲੇ ਕੌਣ ਸੀਗੇ? ਸ਼ਾਕਤ ਹੁੰਦੇ ਸੀਗੇ। ਠੀਕ ਹੈ, ਔਰ ਵੈਸ਼ਨਵ ਮੱਤ ਯਾਨੀ ਕਿ ਵਿਸ਼ਨੂੰ ਦੇ ਅਵਤਾਰਾਂ ਦੀ ਪੂਜਾ ਕਰਨ ਵਾਲਿਆਂ ਨੂੰ ਕੀ ਬੋਲਿਆ ਜਾਂਦਾ ਸੀ? ਵੈਸ਼ਨਵ ਕਿਹਾ ਜਾਂਦਾ ਸੀ। ਔਰ ਜਿਹੜੇ ਸ਼ਿਵ ਮੱਤ ਵਾਲੇ ਲੋਕ ਸੀਗੇ ਉਹ ਸ਼ਿਵ ਦੀ ਪੂਜਾ ਕਰਦੇ ਸੀ। ਇਹ ਅਸੀਂ ਇਹਨਾਂ ਵਿੱਚ ਗੋਰਖਪੰਥੀ, ਨਾਥਪੰਥੀ, ਕਨਫਟੇ ਜੋਗੀ ਇਹ ਲੋਕ ਆਦਿ ਸ਼ਾਮਲ ਹੁੰਦੇ ਸਨ। ਠੀਕ ਹੈ ਜੀ, ਇਹ ਉਸ ਧਰਮ ਦੇ ਸਮੇਂ ਦੇ ਧਰਮ ਦੇ ਵਿੱਚ ਕੁਝ ਜਿਹੜੀ ਉਹਨਾਂ ਦੀ ਡਿਵਾਈਡੇਸ਼ਨ ਸੀ, ਆਪਣੇ ਆਪਣੇ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਸਨ ਅਤੇ ਉਹਨਾਂ ਦੀ ਉਪਾਸਨਾ ਕਰਦੇ ਸਨ, ਔਰ ਉਹਨਾਂ ਨੂੰ ਅਲੱਗ-ਅਲੱਗ ਜਿਹੜੇ ਨਾਮਾਂ ਦੇ ਨਾਲ ਪੁਕਾਰਿਆ ਜਾਂਦਾ ਸੀ। ਠੀਕ ਹੈ ਜੀ, ਨੈਕਸਟ ਹੈ ਵਟ ਵਾਜ਼ ਦਾ ਜਜੀਆ। ਵਟ ਵਾਜ਼ ਦਾ ਜਜੀਆ ਦਾ ਮੋਸਟ ਇੰਪੋਰਟੈਂਟ ਕੁਐਸਚਨ ਹੈ ਜੀ। ਵਟ ਵਾਜ਼ ਦਾ ਜਜੀਆ, ਜਜੀਆ ਕੀ ਸੀਗਾ? ਰਿਲੀਜੀਅਨ ਸੀ, ਟੈਕਸ ਸੀ, ਠੀਕ ਹੈ, ਟ੍ਰੈਡੀਸ਼ਨ। ਕੀ ਸੀਗਾ ਜਜੀਆ? ਕੋਈ ਧਾਰਮਿਕ ਸ਼ਬਦ ਹੈ, ਧਰਮ ਨਾਲ ਸੰਬੰਧਿਤ ਹੈ, ਜਾਂ ਕੋਈ ਧਾਰਮਿਕ ਕਰ ਸੀ, ਜਾਂ ਕੋਈ ਪ੍ਰਥਾ ਸੀ, ਜਾਂ ਕੋਈ ਜੈਵਲ ਯਾਨੀ ਕਿ ਗਹਿਣਾ ਸੀਗਾ। ਤਾਂ ਜਜੀਆ ਇੱਕ ਟੈਕਸ ਸੀਗਾ। ਕੀ ਸੀਗਾ? ਜਜੀਆ ਇੱਕ ਕਰ ਸੀਗਾ। ਹੁਣ ਜਜੀਆ ਕਰ ਸੀ ਤਾਂ ਇਕੱਲਾ ਇੱਥੇ ਰੁਕ ਗਏ ਸੀ ਕਿ ਜਜੀਆ ਕਰ ਸੀ, ਤਾਂ ਕਿਸ ਕਿਸਮ ਦਾ ਕਰ ਸੀ? ਇੱਕ ਧਾਰਮਿਕ ਕਰ ਸੀਗਾ ਜਜੀਆ। ਕਿੰਨਾਂ ਲੋਕਾਂ 'ਤੇ ਲੱਗਦਾ ਸੀ ਜਜੀਆ ਕਰ? ਹੁਣ ਸਾਨੂੰ ਇਹ ਵੀ ਥੋੜ੍ਹਾ ਧਿਆਨ ਵਿੱਚ ਹੋਣਾ ਚਾਹੀਦਾ ਕਿ ਆਖਰ ਜਜੀਆ ਕਰ ਕਿੰਨਾਂ ਲੋਕਾਂ 'ਤੇ ਲਗਾਇਆ ਜਾਂਦਾ ਸੀਗਾ। ਤੋ ਅਸੀਂ ਅਗਰ ਚੈਪਟਰ ਨੂੰ ਧਿਆਨ ਨਾਲ ਪੜ੍ਹਿਆ ਹੋਏਗਾ ਤਾਂ ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਇਸ ਤਰ੍ਹਾਂ ਦੀਆਂ ਅਸੀਂ ਕਲੀਅਰ ਹੁੰਦੀਆਂ। ਤਾਂ ਇੱਕ ਹੁੰਦੀ ਹੈ ਜਗਿਆਸਾ ਸਾਡੇ ਅੰਦਰ ਸਾਨੂੰ ਹੋਣੀ ਚਾਹੀਦੀ ਹੈ ਕਿ ਹਾਂਜੀ ਅਸੀਂ ਇਸ ਤਰ੍ਹਾਂ ਦੀਆਂ ਜੋ ਮੰਨ ਲਓ ਕੋਈ ਵੀ ਸ਼ਬਦ ਆਉਂਦਾ ਹੈਗਾ ਉਹਦੇ ਬਾਰੇ ਮੈਨੂੰ ਜਾਣਕਾਰੀ ਨਹੀਂ ਹੈ, ਤਾਂ ਮੈਂ ਉਸ ਬਾਰੇ ਜਾਣਕਾਰੀ ਇਕੱਠੀ ਕਰਨੀ ਹੈ ਕਿ ਉਸ ਬਾਰੇ ਮੈਨੂੰ ਵੱਧ ਤੋਂ ਵੱਧ ਜਾਣਕਾਰੀ ਕਿਸ ਤਰ੍ਹਾਂ ਪ੍ਰਾਪਤ ਹੋ ਸਕਦੀ ਹੈ। ਤੋ ਜਜੀਆ ਕਰ ਜਿਹੜਾ ਗੈਰ, ਹਾਂਜੀ ਅਗਰ ਕਿਸੇ ਬੱਚੇ ਨੂੰ ਪਤਾ ਹੋਵੇ ਤਾਂ ਉਹ ਕਮੈਂਟ ਬਾਕਸ ਦੇ ਵਿੱਚ ਵੀ ਕਮੈਂਟ ਕਰਕੇ ਇਸ ਦਾ ਆਨਸਰ ਦੱਸ ਸਕਦਾ ਹੈ। ਗੈਰ ਮੁਸਲਮਾਨਾਂ 'ਤੇ ਲਗਾਇਆ ਜਾਂਦਾ ਸੀ ਜਾਂ ਹਿੰਦੂ ਧਰਮ 'ਤੇ ਲਗਾਇਆ ਜਾਂਦਾ ਸੀਗਾ? ਹਾਂਜੀ, ਤੋ ਗੈਰ ਜਿਹੜੇ ਮੁਸਲਿਮ ਹੁੰਦੇ ਸੀਗੇ ਯਾਨੀ ਕਿ ਜੋ ਹਿੰਦੂ ਧਰਮਵਾਦੀ ਹੁੰਦੇ ਸੀ ਜਾਂ ਹੋਰ ਧਰਮ ਨਾਲ ਸੰਬੰਧਿਤ ਹੁੰਦੇ ਸੀ ਤਾਂ ਉਹਨਾਂ ਦੇ ਉੱਪਰ ਜਿਹੜਾ ਇਹ ਕਰ ਲਗਾਇਆ ਜਾਂਦਾ ਸੀ। ਕਹਿਣ ਦਾ ਮਤਲਬ ਕਿ ਗੈਰ ਮੁਸਲਿਮ ਲੋਕਾਂ ਉੱਤੇ ਤੋਂ ਇਹ ਜਿਹੜਾ ਕਰ ਆ ਇਕੱਠਾ ਕੀਤਾ ਜਾਂਦਾ ਸੀਗਾ। ਠੀਕ ਹੈ, ਜਜੀਆ ਕਰ ਕਿਹਨਾਂ ਉੱਪਰ ਲਗਾਇਆ ਜਾਂਦਾ ਸੀ? ਗੈਰ ਮੁਸਲਿਮ ਲੋਕਾਂ ਦੇ ਉੱਪਰ, ਜੋ ਰਿਲੀਜੀਅਨਸ ਯਾਨੀ ਕਿ ਮੁਸਲਿਮ ਰਿਲੀਜੀਅਨਸ ਦੇ ਵਿੱਚ ਦੇ ਨਹੀਂ ਹੁੰਦੇ ਸੀ ਉਹਨਾਂ ਉੱਪਰ ਇਹ ਕਰ ਲਗਾਇਆ ਜਾਂਦਾ ਸੀ। ਇਸ ਦੇ ਬਦਲੇ ਉਹਨਾਂ ਦੀ ਰੱਖਿਆ ਦੀ ਜ਼ਿੰਮੇਵਾਰੀ ਲੈਂਦੇ। ਮਤਲਬ ਕਿ ਇਹ ਜਦ ਕਰ ਕੀ ਹੁੰਦਾ ਸੀਗਾ, ਇੱਕ ਧਾਰਮਿਕ ਕਰ ਸੀਗਾ ਤੇ ਮੁਗਲ ਸ਼ਾਸਕ ਜਿਹੜਾ ਇਹ ਕਿਹੜੇ ਗੈਰ ਮੁਸਲਿਮ ਲੋਕਾਂ ਦੇ ਉੱਪਰ ਲਗਾਉਂਦੇ ਸੀਗੇ। ਸ਼ਬਦ ਯਾਦ ਰੱਖਣਾ, ਕਿਹੜੇ ਲੋਕਾਂ ਦੇ ਉੱਪਰ? ਗੈਰ ਮੁਸਲਿਮ। ਠੀਕ ਹੈ, ਗੈਰ ਮੁਸਲਿਮ ਲੋਕਾਂ ਦੇ ਉੱਪਰ, ਪੰਜਾਬੀ ਮੀਡੀਅਮ ਦੇ ਲਈ ਮੁਸਲਿਮ ਲੋਕਾਂ ਦੇ ਉੱਪਰ ਜਿਹੜਾ ਇਹ ਕਰ ਲਗਾਇਆ ਜਾਂਦਾ ਸੀਗਾ ਜਜ਼ੀਆ ਕਰ। ਇਹ ਮਹੱਤਵਪੂਰਨ ਹੈ ਜੀ, ਜਜ਼ੀਆ ਕਰ ਸਾਨੂੰ ਯਾਦ ਰਹਿਣਾ ਚਾਹੀਦਾ। ਠੀਕ ਹੈ ਜੀ, ਹੂ ਵਾਜ਼ ਦਾ ਉਲਮਾ। ਹੁਣ ਉਲਮਾ ਕੌਣ ਸਨ? ਇਹ ਵੀ ਬੜਾ ਇੱਕ ਮਹੱਤਵਪੂਰਨ ਕੁਐਸਚਨ ਹੈ। ਉਲਮਾ ਕੌਣ ਸਨ? ਤਾਂ ਅਸੀਂ ਪਹਿਲਾਂ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ, ਅਗਰ ਤੁਹਾਡੇ ਧਿਆਨ ਦੇ ਵਿੱਚ ਹੋਵੇ, ਅਪਰ ਕਾਸਟ, ਮਿਡਲ ਕਲਾਸ ਐਂਡ ਲੋਅਰ ਕਲਾਸ ਬਾਰੇ ਅਸੀਂ ਪੜ੍ਹਿਆ ਤਾਂ ਉੱਥੇ ਜ਼ਿਕਰ ਆਇਆ ਸੀ ਉਲਮਾ। ਤਾਂ ਉਲਮਾ ਜਿਹੜੇ ਲੋਕ ਹੁੰਦੇ ਸੀਗੇ ਉਹ ਮੁਸਲਿਮ ਰਿਲੀਜੀਅਨਸ ਦੇ ਲੀਡਰਸ ਸੀਗੇ, ਜਾਣੀ ਕਿ ਮੁਸਲਿਮ ਰਿਲੀਜੀਅਨਸ, ਮੁਸਲਿਮ ਜਿਹੜੇ ਮਤ ਦੇ ਲੋਕ ਸੀਗੇ ਉਹਨਾਂ ਦੇ ਨੇਤਾ ਹੁੰਦੇ ਸੀ ਸਾਇਦ ਅਤੇ ਉਲਮਾ। ਠੀਕ ਹੈ ਜੀ, ਸਾਇਦ ਅਤੇ ਉਲਮਾ। ਓਕੇ,
ਅਸੀਂ ਪਹਿਲਾਂ ਪੜ੍ਹਿਆ ਸੀ ਔਰ ਅਪਰ ਕਾਸਟ ਦੇ ਨਾਲ ਇਹ ਬਿਲੋਂਗ ਕਰਦੇ ਸੀ। ਫਸਟ ਕੁਐਸਚਨ ਦੇ ਵਿੱਚ ਅਸੀਂ ਇਸ ਬਾਰੇ ਡਿਸਕਸ਼ਨ ਕੀਤੀ ਸੀ। ਠੀਕ ਹੈ, ਅਪਰ ਕਲਾਸ ਦੇ ਵਿੱਚ ਮੌਜੂਦ ਸੀਗੇ ਸਾਇਦ ਉਲਮਾ, ਪੰਜਾਬੀ ਦੇ ਵਿੱਚ ਉਲਮਾ। ਠੀਕ ਹੈ, ਤੇ ਹਿੰਦੀ ਦੇ ਇੰਗਲਿਸ਼ ਦੇ ਵਿੱਚ ਵੀ ਮੋਸਟਲੀ ਉਲਮਾ ਹੀ ਲਿਖਿਆ ਜਾਂਦਾ ਹੈ। ਤਾਂ ਇਹ ਦੋਨੋਂ ਕੀ ਸੀਗੇ? ਧਾਰਮਿਕ ਨੇਤਾ ਸੀਗੇ। ਠੀਕ ਹੈ, ਮੁਸਲਿਮ ਧਾਰਮਿਕ ਨੇਤਾ, ਇਹਨਾਂ ਨੂੰ ਅਸੀਂ ਯਾਦ ਰੱਖਣਾ ਹੈ। ਇਹ ਮੁਸਲਿਮ ਧਾਰਮਿਕ ਨੇਤਾ ਸੀਗੇ ਉਲਮਾ। ਠੀਕ ਹੈ ਜੀ, ਓਕੇ। ਤਾਂ ਮੁਸਲਿਮ ਰਿਲੀਜੀਅਨਸ ਲੀਡਰਸ ਸੀਗੇ ਇਹ। ਦ ਇਵੈਂਟਸ ਆਫ ਸੱਚਾ ਸੌਦਾ ਹੈਪਨਡ ਇਨ, ਤਾਂ ਮੋਸਟ ਇੰਪੋਰਟੈਂਟ ਕੁਐਸਚਨ ਹੈ। ਦ ਇਵੈਂਟਸ ਆਫ ਸੱਚਾ ਸੌਦਾ, ਜਿਹੜੀ ਸੱਚਾ ਸੌਦਾ ਦੀ ਘਟਨਾ ਵਾਪਰਦੀ ਹੈ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸੰਬੰਧਿਤ ਘਟਨਾ ਹੈ ਜੀ, ਕਿੱਥੇ ਵਾਪਰਦੀ ਹੈ? ਤਾਂ ਸਭ ਤੋਂ ਪਹਿਲਾਂ ਆਨਸਰ ਦੱਸਣ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਸੱਚਾ ਸੌਦਾ ਦੀ ਇੱਕ ਘਟਨਾ ਹੈ ਜੋ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੇ ਵਿੱਚ ਵਾਪਰਦੀ ਹੈ। ਇਸ ਲੈਸਨ ਦੇ ਵਿੱਚ, ਇਸ ਚੈਪਟਰ ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸੰਬੰਧਿਤ ਸਾਨੂੰ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਉਹਨਾਂ ਦੇ ਜੀਵਨ ਨਾਲ ਅਸੀਂ ਇਸ ਚੈਪਟਰ ਵਿੱਚ ਪੜ੍ਹੀਆਂ ਹਨ। ਤਾਂ ਸੱਚਾ ਸੌਦਾ ਦੀ ਘਟਨਾ ਜਿਹੜੀ ਹੈਗੀ ਆ ਉਹ ਕੀ ਸੀਗਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਦ ਸੰਸਾਰਿਕ ਕੰਮਾਂ ਦੇ ਵਿੱਚ ਮਨ ਨਾ ਲੱਗਦਾ ਵੇਖ ਕੇ ਤਾਂ ਇੱਕ ਵਾਰ ਉਹਨਾਂ ਦੇ ਪਿਤਾ ਜੀ ਮਹਿਤਾ ਕਾਲੂ ਜੀ, ਠੀਕ ਹੈ ਜੀ, ਮਹਿਤਾ ਕਾਲੂ ਜੀ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ 20 ਰੁਪਏ ਦਿੰਦੇ ਨੇ। ਤਾਂ ਇਹ ਵੀ ਅਸੀਂ ਯਾਦ ਰੱਖ ਦਿੰਦੇ ਕਿੰਨੇ 20 ਰੁਪੀਸ ਦੇ ਕੇ ਉਹਨਾਂ ਨੂੰ ਕਹਿੰਦੇ ਆ ਕਿ ਕੁਛ ਵਪਾਰ ਕਰਨਾ ਹੈ, ਸੱਚਾ ਵਪਾਰ ਕਰਨਾ ਹੈ। ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਜਦ ਘਰ ਤੋਂ ਚੱਲ ਪੈਂਦੇ ਆ ਤਾਂ ਰਸਤੇ ਦੇ ਵਿੱਚ ਉਹਨਾਂ ਨੂੰ ਕੁਛ ਭੁੱਖੇ ਸਾਧੂ ਮਿਲਦੇ ਆ, ਜਿਨ੍ਹਾਂ ਨੂੰ ਉਹ ਕੀ ਕਰਦੇ ਆ ਕਿ ਜਿਹੜੇ 20 ਰੁਪੀਸ ਜੋ ਪੈਸੇ ਉਹਨਾਂ ਦੇ ਪਿਤਾ ਜੀ ਨੇ ਉਹਨਾਂ ਨੂੰ ਦਿੱਤੇ ਹੁੰਦੇ ਆ, ਉਹਨਾਂ ਦਾ ਭੋਜਨ ਛਕਾ ਦਿੰਦੇ ਆ ਔਰ ਖਾਲੀ ਹੱਥ ਆਪਣੇ ਘਰ ਵਾਪਸ ਆ ਜਾਂਦੇ ਆ। ਇਸ 'ਤੇ ਪਿਤਾ ਜੀ ਬਹੁਤ ਨਿਰਾਸ਼ ਹੁੰਦੇ ਆ। ਠੀਕ ਹੈ ਜੀ, ਔਰ ਗੁਰੂ ਨਾਨਕ ਦੇਵ ਜੀ ਦੀ ਇਹ ਜਿਹੜੀ ਘਟਨਾ ਸੀਗੀ, ਇਸ ਘਟਨਾ ਨੂੰ ਹੀ ਸੱਚਾ ਸੌਦਾ ਦਾ ਨਾਮ ਦਿੱਤਾ ਗਿਆ, ਕਿਉਂਕਿ ਜਦੋਂ ਪਿਤਾ ਜੀ ਨੇ ਉਹਨਾਂ ਨੂੰ ਪੁੱਛਿਆ ਸੀ ਕਿ ਤੁਹਾਨੂੰ ਉਹ ਪੈਸੇ ਵਪਾਰ ਕਰਨ ਦੇ ਲਈ ਦਿੱਤੇ ਗਏ ਸਨ ਤਾਂ ਤੁਸੀਂ ਉਹ ਭੁੱਖੇ ਸਾਧੂਆਂ ਨੂੰ ਭੋਜਨ ਕਰਾ ਦਿੱਤਾ, ਤਾਂ ਉਹਨਾਂ ਦਾ ਕਹਿਣਾ ਸੀ ਕਿ ਤੁਸੀਂ ਮੈਨੂੰ ਕੋਈ ਸੱਚਾ ਵਪਾਰ ਕਰਨ ਦੇ ਲਈ ਕਿਹਾ ਸੀ, ਕੋਈ ਸੱਚਾ ਸੌਦਾ ਕਰਨ ਦੇ ਲਈ ਕਿਹਾ ਸੀ, ਅਤੇ ਮੇਰੀ ਨਜ਼ਰ ਦੇ ਵਿੱਚ ਭੁੱਖੇ ਸਾਧੂਆਂ ਨੂੰ ਭੋਜਨ ਕਰਾਉਣਾ ਇਸ ਤੋਂ ਵੱਡਾ ਹੋਰ ਕੋਈ ਸੱਚਾ ਸੌਦਾ ਹੈ ਨਹੀਂ ਸੀ। ਸੋ ਮੈਂ ਤਾਂ ਆਪਣੇ ਵੱਲੋਂ ਸੱਚਾ ਵਪਾਰ ਹੀ ਕੀਤਾ ਹੈ, ਸੱਚਾ ਸੌਦਾ ਹੀ ਕੀਤਾ ਹੈ। ਸੋ ਇਸ ਤਰ੍ਹਾਂ ਇਹ ਜਿਹੜੀ ਘਟਨਾ ਹੈਗੀ ਆ ਸਿੱਖ ਇਤਿਹਾਸ ਦੇ ਵਿੱਚ ਸੱਚਾ ਸੌਦਾ ਦੇ ਨਾਮ ਦੇ ਨਾਲ ਜਾਣੀ ਜਾਂਦੀ ਹੈ। ਤੋ ਸਾਡਾ ਕੁਐਸਚਨ ਇਹ ਸੀਗਾ ਕਿ ਸੱਚਾ ਸੌਦਾ ਦੀ ਘਟਨਾ ਹੋਈ ਕਿੱਥੇ ਸੀ, ਘਟਿਤ ਕਿੱਥੇ ਹੋਈ ਸੀ? ਤਾਂ ਆਨਸਰ ਪਹਿਲਾਂ ਤੋਂ ਹੀ ਤੁਹਾਡੇ ਸਾਹਮਣੇ ਹੈ। ਐਕਸਪਲੇਨ ਮੈਂ ਇਸ ਕਰਕੇ ਕੀਤਾ ਹੈ ਕਿ ਥੋੜਾ ਸਾਨੂੰ ਯਾਦ ਰਹਿ ਜਾਂਦਾ ਹੈ। ਠੀਕ ਹੈ ਜੀ, ਤੋ ਈਵੈਂਟਸ ਆਫ ਸੱਚਾ ਸੌਦਾ ਹੈਪਨਡ ਇਨ ਚੂਹੜ ਕਾਨਾ। ਠੀਕ ਹੈ, ਚੂਹੜ ਕਾਨੇ ਦੇ ਵਿੱਚ ਜਿਹੜੀ ਇਹ ਘਟਨਾ ਵਾਪਰਦੀ ਹੈ ਸੱਚਾ ਸੌਦਾ ਦੀ। ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਭੁੱਖੇ ਸਾਧੂਆਂ ਨੂੰ ਭੋਜਨ ਕਰਾਉਣਾ, ਇਸ ਘਟਨਾ ਨੂੰ ਸਿੱਖ ਇਤਿਹਾਸ ਦੇ ਵਿੱਚ ਸੱਚਾ ਸੌਦਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਔਰ ਇਸੇ ਲਈ ਹੀ ਤੁਸੀਂ ਦੇਖਦੇ ਹੋ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਲੰਗਰ ਪ੍ਰਥਾ ਹੈ, ਠੀਕ ਹੈ, ਇੱਥੋਂ ਹੀ ਇਹ ਜਿਹੜੀ ਲੰਗਰ ਪ੍ਰਥਾ ਸਿੱਖ ਪਰੰਪਰਾ ਦੇ ਵਿੱਚ ਜਿਹੜੀ ਲੰਗਰ ਪ੍ਰਥਾ ਉਹ ਸ਼ੁਰੂ ਹੁੰਦੀ ਹੈ। ਠੀਕ ਹੈ ਜੀ, ਲੰਗਰ ਪ੍ਰਥਾ ਜਿਹੜੀ ਸ਼ੁਰੂ ਹੁੰਦੀ ਹੈ ਇੱਥੋਂ ਹੀ। ਓਕੇ, ਔਰ ਇਹ ਲੰਗਰ ਪ੍ਰਥਾ ਅੱਜ ਵੀ ਚੱਲ ਰਹੀ ਹੈ। ਠੀਕ ਹੈ, ਸਮੇਂ-ਸਮੇਂ 'ਤੇ ਗੁਰੂ ਸਾਹਿਬਾਨਾਂ ਵੱਲੋਂ ਇਸ ਦੇ ਵਿੱਚ ਥੋੜ੍ਹੇ ਚੇਂਜਸ ਕੀਤੇ ਗਏ ਔਰ ਇਹ ਲੰਗਰ ਪ੍ਰਥਾ ਅੱਜ ਵੀ ਜਿਹੜੀ ਪੂਰੇ ਸੰਸਾਰ ਦੇ ਵਿੱਚ ਤੁਸੀਂ ਦੇਖ ਰਹੇ ਹੋਵੋਗੇ ਚੱਲ ਰਹੀ ਹੈ। ਠੀਕ ਹੈ ਜੀ, ਤੋ ਇਹ ਅਸੀਂ ਯਾਦ ਰੱਖਣਾ ਹੈ। ਤੋ ਇੱਥੋਂ ਇੱਕ ਕੁਐਸਚਨ ਸਾਡੇ ਲਈ ਹੋ ਰਿਹਾ ਕਿ ਲੰਗਰ ਪ੍ਰਥਾ ਕਿਸ ਨੇ ਸ਼ੁਰੂ ਕੀਤੀ? ਤੋ ਇਸ ਦੇ ਵਿੱਚ ਸਾਡਾ ਸਹੀ ਆਨਸਰ ਕੀ ਹੋਏਗਾ? ਤਾਂ ਇਹ ਅਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਣਾ ਹੈ। ਲੰਗਰ ਪ੍ਰਥਾ ਕਿਸ ਦੁਆਰਾ ਜਾਂ ਕਿਹਨਾਂ ਦੁਆਰਾ ਸ਼ੁਰੂ ਕੀਤੀ ਗਈ? ਤਾਂ ਇਹ ਅਸੀਂ ਕਮੈਂਟ ਬਾਕਸ ਦੇ ਵਿੱਚ ਇਸ ਦਾ ਆਨਸਰ ਜ਼ਰੂਰ ਲਿਖਾਂਗੇ। ਓਕੇ।